ਨਵੀਂ ਕਿਰਨ ਦੇ ਦਰਸ਼ਕਾਂ ਨੂੰ ਮੇਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ, ਓਮ ਸ਼ਾਂਤੀ। ਦਰਸ਼ਕੋ, ਅੱਜ ਦਾ ਦਿਨ ਸਾਡੇ ਲਈ ਬਹੁਤ ਹੀ ਭਾਗਾਂ ਵਾਲਾ ਦਿਨ ਹੈ, ਕਿਉਂਕਿ ਅੱਜ ਅਸੀਂ ਤੁਹਾਡੇ ਨਾਲ ਤਾਰੁਫ ਕਰਨ ਜਾ ਰਹੇ ਹਾਂ ਬ੍ਰਹਮਾ ਕੁਮਾਰੀ ਸੁਦੇਸ਼ ਭੈਣ ਜੀ ਦਾ, ਜੋ ਕਿ ਡਾਇਰੈਕਟਰ ਹਨ ਯੂਰਪ ਦੇ ਵਿੱਚ 200 ਤੋਂ ਵੀ ਵੱਧ ਬ੍ਰਹਮਾ ਕੁਮਾਰੀਜ਼ ਦੇ ਸੇਵਾ ਕੇਂਦਰ ਦੇ। ਉੱਥੇ ਕਈ ਸਾਲਾਂ ਤੋਂ ਆਪ ਅਧਿਆਤਮਕ ਸੇਵਾ ਪ੍ਰਸਤੁਤ ਕਰ ਰਹੇ ਹਨ, ਆਪਣੀ ਸੇਵਾਵਾਂ ਦੇ ਰਹੇ ਹਨ। ਤੇ ਅੱਜ ਅਸੀਂ ਤੁਹਾਡੀ ਇੰਟਰੋਡਕਸ਼ਨ ਕਰਾਣੇ ਹਾਂ ਬ੍ਰਹਮਾ ਕੁਮਾਰੀ ਸੁਦੇਸ਼ ਭੈਣ ਜੀ ਨਾਲ। ਸੁਦੇਸ਼ ਭੈਣ ਜੀ, ਗੁੱਡ ਮਾਰਨਿੰਗ, ਓਮ ਸ਼ਾਂਤੀ। ਓਮ ਸ਼ਾਂਤੀ। ਭੈਣ ਜੀ, ਤੁਹਾਨੂੰ ਕਿੰਨੇ ਸਾਲ ਹੋ ਗਏ ਬ੍ਰਹਮਾ ਕੁਮਾਰੀ ਦੇ ਨਾਲ ਜੁੜੇ? 55 ਤੋਂ ਜ਼ਿਆਦਾ। 55 ਤੋਂ ਜ਼ਿਆਦਾ। ਹਾਂ। ਤੁਸੀਂ ਕਿਸ ਤਰ੍ਹਾਂ ਇਸ ਬ੍ਰਹਮਾ ਕੁਮਾਰੀ ਦਿੱਲੀ ਵਿੱਚ ਜੀ ਅਸੀਂ ਰਹਿੰਦੇ ਸੀ। ਹਾਂਜੀ। ਔਰ ਮੇਰੀ ਮਾਸੀ ਜੀ, ਉਹ ਗਿਆਨਿਸ਼ ਹੈਗੇ ਸੀ ਪਹਿਲੇ। ਗਿਆਨ ਵਿੱਚ ਦਾ ਮਤਲਬ? ਹਾਂ, ਤੇ ਬ੍ਰਹਮਾ ਕੁਮਾਰੀ ਆਸ਼ਰਮ ਵਿੱਚ ਆਂਦੇ ਸੀ ਜੀ। ਤੇ ਮੇਰਾ ਇੰਟਰਸਟ ਸੀ ਮੈਂ ਸਮਾਜ ਸੇਵਾ ਕਰਾਂ। ਜੀ। ਮੈਂ ਪੜ੍ਹਦੀ ਸੀ ਉਸ ਵਕਤ ਕਾਲਜ ਵਿੱਚ। ਅੱਛਾ। ਤੇ ਮੈਨੂੰ ਸ਼ੌਕ ਸੀ ਸਮਾਜ ਦੀ ਸੇਵਾ ਕਰਾਂ, ਗਰੀਬਾਂ ਦੀ ਸੇਵਾ ਕਰਾਂ। ਜੀ। ਪਰ ਮੈਨੂੰ ਸੰਤੁਸ਼ਟੀ ਨਹੀਂ ਹੁੰਦੀ ਸੀ। ਜੀ। ਉਹਨਾਂ ਨੂੰ ਕੱਪੜੇ ਦਿਓ, ਬਲੈਂਕਟ ਦਿਓ, ਜਾ ਕੇ ਵੇਚ ਦਿੰਦੇ ਸੀ। ਜੀ। ਸ਼ਰਾਬ ਪੀ ਲਈ, ਸਿਗਰਟ ਲੈ ਲਈ। ਜੀ। ਤਾਂ ਅੰਦਰ ਖੁਸ਼ੀ ਨਹੀਂ ਹੁੰਦੀ ਸੀ। ਜੀ। ਅੱਛਾ, ਕੋਈ ਫਿਰ ਮੇਰੀ ਦਾਦੀ ਕਹਿੰਦੀ ਸੀ ਉਹਨਾਂ ਨੂੰ ਚਾਹੀਦੀ ਸਿਰਫ ਰੋਟੀ, ਹੋਰ ਤਾਂ ਕੁਝ ਨਹੀਂ ਚਾਹੀਦਾ। ਜੀ। ਚਲੋ, ਜੋ ਰੋਟੀ ਲੈਣ ਵਾਲਾ ਆਂਦਾ ਸੀ, ਕੋਈ ਆਤੇ ਸੀ, ਕੋਈ ਬੁਲਾਓ ਕੇ ਸਾਰੀ ਰੋਟੀਆਂ ਇਕੱਠੀ ਕੀਤੀ। ਜੀ। ਰੋਟੀ ਇਕੱਠੀ ਕਰਕੇ ਢਾਬੇ 'ਚ ਵੇਚ ਦਿੰਦੇ ਸੀ, ਉਹ ਵੀ ਜਾ ਕੇ ਸ਼ਰਾਬ ਪੀ ਲੈਂਦੇ। ਜੀ। ਤਾਂ ਕੁਝ ਅੰਦਰ ਖੁਸ਼ੀ ਨਹੀਂ ਹੁੰਦੀ, ਸੰਤੁਸ਼ਟੀ ਨਹੀਂ ਹੁੰਦੀ ਸੀ ਕਿ ਅਸੀਂ ਕੋਈ ਸਮਾਜ ਸੇਵਾ ਕਰ ਰਹੇ ਹਾਂ ਜਾਂ ਕਿਸੇ ਦਾ ਮਦਦ ਹੋ ਰਹੀ ਹੈ। ਜੀ। ਫਿਰ ਫਿਰ ਮੇਰੇ ਫਾਦਰ ਦੀ ਟ੍ਰਾਂਸਫਰ ਹੋ ਗਈ ਦਿੱਲੀ 'ਚ। ਜੀ। ਤਾਂ ਸਾਡੀ ਮਾਸੀ ਰਹਿਣ ਆਈ ਸੈਂਟਰ ਵਿੱਚ, ਸਾਡੇ ਘਰ। ਤਾਂ ਮੈਂ ਉਸ ਵਕਤ ਸਕੂਲ ਵਿੱਚ ਪੜ੍ਹਾਉਂਦੀ ਸੀ। अच्छा, ਤੁਸੀਂ टीचर ਸੀਗੇ ਪਹਿਲਾਂ? टीचर सी, थोड़े वक्त के लिए। जी। और फिर जब दिल्ली आए तो एक दिन सैर करन गए तो मैं अपना लक्ष्य दसिया कि मैनू संतुष्टि नहीं, मैं भक्ति भी करदी हाँ, समाज सेवा भी करनी है, परंतु समाज सेवा दा कोई सुख नहीं है, कोई आनंद नहीं आता, क्योंकि फायदा तो कोई लोग लेंदे नहीं। जी। तो उन्होंने कहा कि सच्ची सेवा कोई सिर्फ किसी को कपड़े दे देना, किसी को कोई बाकी मदद करना, तो दुनिया करने वाले बहुत हैं, खाना पीना देने वाले। पर रूह ਨੂੰ शक्ति मिले, इंसान अपने आप अपनी जो अंदर दी खूबियां हैगियां, जो सिफतां हैगियां ना, ਉਹ ਕਰਮ ਵਿੱਚ ਲਾ ਕੇ ਆਪਣੇ ਜੀਵਨ ਨੂੰ ਸੁਖੀ ਬਣਾਵੇ, ਉਹ ਸੱਚੀ ਸੇਵਾ ਹੈਗੀ। ਤੇ ਜਿਸ ਦੁਖੀ ਜੀਵਨ ਸੁਖੀ ਬਣ ਜਾਵੇ। ਜੀ। ਤੂੰ ਸਮਝਦੀ ਹੈ ਸਿਰਫ ਗਰੀਬਾਂ ਦੀ ਸੇਵਾ ਕਰਨੀ ਹੈ। ਅਗਰ ਦੁਖੀ ਹੈ ਤਾਂ ਸਾਰਾ ਸੰਸਾਰ ਹੀ ਦੁਖੀ ਹੈ। ਸ਼ਾਹੂਕਾਰ ਤੋਂ ਜ਼ਿਆਦਾ ਦੁਖੀ ਨੇ। ਗਰੀਬਾਂ ਨਾਲੋਂ ਵੀ ਸ਼ਾਹੂਕਾਰ ਜੋ ਹੈ ਨਾ, ਉਹ ਅੰਦਰ ਦੁੱਖ ਉਹਨਾਂ ਨੂੰ ਬਹੁਤ ਹੈ। ਜੀ। ਇਸ ਕਰਕੇ ਸਮਾਜ ਸਿਰਫ ਗਰੀਬ ਥੋੜੀ ਰਹਿੰਦੇ ਨੇ, ਇਹ ਸੰਸਾਰ ਸਮਾਜ ਤਾਂ ਸ਼ਾਹੂਕਾਰ ਵੀ ਸਮਾਜ ਵਿੱਚ ਹੀ ਰਹਿੰਦੇ ਨੇ। ਹਾਂਜੀ। ਤਾਂ ਸੱਚੀ ਸੇਵਾ ਕਰਨੀ ਹੋਏ ਤੇ ਉਹਨਾਂ ਨੂੰ ਅੰਦਰ ਦਾ ਸੁੱਖ ਦੇਵੇ। ਮੈਂ ਕਿਹਾ ਅੰਦਰ ਦਾ ਸੁੱਖ ਕਿੱਥੋਂ ਮਿਲੇਗਾ? ਕਿਸੇ ਨੂੰ ਮਿਲਿਆ ਅੰਦਰ ਦਾ ਸੁੱਖ? ਕਿਉਂ ਨਾਨਕ ਦੁਖੀਆ ਸਭ ਸੰਸਾਰ। ਤਾਂ ਉਹਨਾਂ ਨੇ ਕਿਹਾ ਤੂੰ ਹੀ ਤਾਂ ਕਹਿੰਦੀ ਹੈ ਨਾਨਕ ਦੁਖੀਆ ਸਭ ਸੰਸਾਰ। ਤਾਂ ਨਾਨਕ ਜੀ ਨੇ, ਗੁਰੂ ਨਾਨਕ ਜੀ ਨੇ ਇਹ ਵੀ ਤਾਂ ਕਿਹਾ, ਸੋਈ ਸੁਖੀ ਜਿਸ ਨਾਮ ਆਧਾਰ, ਜਿਸਨੂੰ ਖੁਦਾ ਪਰਮਾਤਮਾ ਦਾ ਨਾਮ ਆਧਾਰ ਹੈ, ਉਹੀ ਸੁਖੀ ਹੈ। ਇਸ ਦਾ ਮਤਲਬ ਪਰਮਾਤਮਾ ਦੀ ਪਹਿਚਾਣ ਹੋਣਾ ਜ਼ਰੂਰੀ ਹੈ, ਈਸ਼ਵਰ ਦੀ ਪਹਿਚਾਣ ਹੋਣਾ ਜ਼ਰੂਰੀ ਹੈ। ਤਾਂ ਉਹਨਾਂ ਨੇ ਕਿਹਾ ਕਿ ਮੈਂ ਜਿਸ ਬਿਲਡਿੰਗ ਵਿੱਚ ਰਹਿੰਦੀ ਹਾਂ ਉੱਥੇ ਬ੍ਰਹਮਾ ਕੁਮਾਰੀਆਂ ਰਹਿੰਦੀਆਂ ਨੇ। ਤਾਂ ਮੈਂ ਰੋਜ਼ ਦੇਖਦੀ ਹਾਂ ਲੋਕ ਆਉਂਦੇ ਨੇ ਬੜੇ ਦੁਖੀ, ਚਿਹਰਾ ਉਦਾਸ ਹੁੰਦਾ ਹੈ, ਪਰੇਸ਼ਾਨ ਹਾਲਤ ਵਿੱਚ ਆਉਂਦੇ ਨੇ। ਥੋੜੇ ਦਿਨ ਵਿੱਚ ਬਾਅਦ ਹੁੰਦਾ ਚਿਹਰਾ ਚਮਕਣਾ ਲੱਗ ਜਾਂਦਾ। ਬਈ ਕੀ ਹੋ ਗਿਆ, ਇੰਨੀ ਚਮਕ ਕਿੱਥੋਂ ਆ ਗਈ? ਮਨ ਦੀ ਮੁੰਝ ਖਤਮ ਹੋ ਗਈ, ਕਿਉਂਕਿ ਉਹਨਾਂ ਨੂੰ ਪਹਿਚਾਣ ਮਿਲੀ ਕਿ ਉਹਨਾਂ ਦੇ ਅੰਦਰ ਜਿਹੜੀ ਛਿਪੀ ਹੋਈ ਸ਼ਕਤੀ ਹੈਗੀ ਨਾ, ਉਸਨੂੰ ਜਬ ਤੱਕ ਯੂਜ਼ ਨਹੀਂ ਕੀਤਾ ਤਬ ਤੱਕ ਜੀਵਨ ਨੂੰ ਸੁੱਖ ਨਹੀਂ, ਆਤਮਾ ਨੂੰ ਸੁੱਖ ਨਹੀਂ ਮਿਲਦਾ, ਇਨਸਾਨ ਨੂੰ ਸੁੱਖ ਨਹੀਂ ਮਿਲਦਾ। ਕਿਉਂਕਿ ਕੁਛ ਆਪਣੀ ਖੋਜ ਜੋ ਹੈ ਨਾ, ਉਹ ਸੱਚੀ ਸੇਵਾ ਹੈਗੀ। ਤਾਂ ਮੈਂ ਦੇਖਦੀ ਹਾਂ ਬ੍ਰਹਮਾ ਕੁਮਾਰੀਆਂ ਸੱਚੀ ਸਮਾਜ ਸੇਵਾ ਕਰਦੀਆਂ ਨੇ। ਕਪੜਾ ਰੋਟੀ ਤਾਂ ਦੁਨੀਆ ਵੀ ਦੇ ਦਿੰਦੇ, ਬਹੁਤ ਲੋਕ ਦੇ ਦਿੰਦੇ ਨੇ, ਪਰੰਤੂ ਅੰਦਰ ਦਾ ਰਾਜ਼ ਖੋਲ ਕੇ ਮਨ ਦੀ ਖੁਸ਼ੀ ਲੈ ਆਣਾ, ਸੱਚੀ ਸੰਤੁਸ਼ਟਤਾ ਲੈ ਆਣਾ, ਉਹ ਬ੍ਰਹਮਾ ਕੁਮਾਰੀਆਂ ਦੇ ਪਾਸ। मैंने कहा अच्छा मैंने दिखाओ कितने आ गया वो स्थान जी। तो उन्होंने फिर मुझे ब्रह्मा कुमारी का परिचय कराया। परंतु मैं पहले जिस दिन गई उस दिन जो ब्रह्मा कुमारी ईश्वर विश्वविद्यालय के फाउंडर हैं पिताश्री ब्रह्मा जिन्होंने भी कहने हैं जी,
ਤਾਂ ਮੈਂ ਗਈ ਤੇ ਉਸ ਦਿਨ ਉਹਨਾਂ ਦਾ ਲੈਕਚਰ ਸੀ ਜੀ ਉਹ ਮਾਊਂਟ ਆਬੂ ਤੋਂ ਆਏ ਸੀ ਔਰ ਪੰਜਾਬ ਜਾ ਰਹੇ ਸੀ ਜਾਂ ਕहीं और ਜਾ ਕਿਤੇ ਹੋਰ ਜਾਂਦੇ ਸੀ ਤਾਂ ਉਸ ਇੱਕ ਦਿਨ ਵਾਸਤੇ ਉਹ ਇੱਥੇ ਸੀ ਦਿੱਲੀ ਹੈਗੇ ਸੀ ਤਾਂ ਮੈਂ ਜਿਸ ਵਕਤ ਉਹਨਾਂ ਦਾ ਸਤਸੰਗ ਅਟੈਂਡ ਕੀਤਾ ਕੋਈ ਕਥਾ ਨਹੀਂ ਕੋਈ ਕੀਰਤਨ ਨਹੀਂ ਕੋਈ ਢੋਲਕੀ ਨਹੀਂ ਕੋਈ ਭਜਨ नहीं परंतु दी एटमोस्फियर सी वातावरण इतना सुंदर और शांत तो ऐसा लगा जैसे कोई लाइट ਦਾ शरीर सामने खड़ा है मैं समझिਆ बैठे ਹੋਏ ਸੀ ਭੈਣ ਜੀ ਮੈਨੂੰ ਤਾਂ ਤੁਹਾਡਾ ਸਰੀਰ ਵੀ ਲਾਈਟ ਦਾ ਹੀ ਲੱਗਦਾ ਉਹ ਬੈਠੇ ਹੋਏ ਸੀ ਤੇ ਮੈਨੂੰ ਇਸ ਤਰ੍ਹਾਂ ਲੱਗਿਆ जैसे कि सारे शरीर ना ट्रांसपेरेंट लाइट होती है ना मैं समझिਆ सूरज ਦੀ ਕਿਰਨਾਂ शायद ਇੱਥੇ ਫੋਕਸ ਹੋ ਰਹੀ ਉਹਨਾਂ ਤੇ ਜੀ ਤਾਂ ਫਿਰ ਮੈਂ ਸੋਚਿਆ ਪਰ ਸੂਰਜ ਤਾਂ ਬਾਕੀਆਂ ਦਾ ਵੀ ਸੂਰਜ ਦੀ ਕਿਰਨ ਤਾਂ ਜ਼ਰੂਰ ਅਸਰ ਹੋਣੀ ਚਾਹੀਏ ਨਾ ਇੱਥੇ ਹੀ ਕਿਉਂ ਹੈਗੇ ਸ਼ਾਇਦ ਪਰਹੈਪਸ ਸਿਟਿੰਗ ਇਸ ਤਰ੍ਹਾਂ ਬੈਠੇ ਨੇ ਤਾਂ ਮੈਂ ਆਪਣੀ ਸੀਟ ਜੋ ਹੈ ਜਿਹੜੀ ਸੀ ਉਹ ਥੋੜਾ ਚੇਂਜ ਕੀਤੀ ਉੱਥੇ ਵੀ ਉਹੀ ਦਿਖਾਈ ਪੜੇ ਲਾਈਟ ਦੀ ਬੋਡੀ ਦਿਖਾਈ ਪੜੇ ਫਿਰ ਮੈਂ ਆਪਣੇ ਆਪ ਨੂੰ ਪਿੰਚ ਕੀਤਾ ਮੈਂ ਜਾਗ ਰਹੀ ਹਾਂ ਜਾਂ ਸੋ ਰਹੀ ਹਾਂ ਕੋਈ ਸੁਪਨਾ ਤਾਂ ਨਹੀਂ ਦੇਖ ਰਹੀ ਮੈਂ ਉੱਠ ਕੇ ਬੈਠੀ ਸੀ ਦੂਜੀ ਜਗ੍ਹਾ ਚੇਂਜ ਕੀਤੀ ਅੱਖਾਂ ਖੋਲਦੀਆਂ ਤਾਂ ਉਹ ਬੜਾ ਸੁੰਦਰ ਰੂਪ ਦਿਖਾਈ ਪੜਦਾ ਜੈਸੇ ਕਿ ਇੱਕ ਲਾਈਟ ਦਾ ਮੈਗਨੈਟਿਕ એનર્ਜੀ ਹੁੰਦੀ ਹੈ ਨਾ ਉਹ ਮੈਗਨੇਟ ਜੈਸੇ ਖਿੱਚ ਰਿਹਾ ਸੂਈ ਨੂੰ ਮੈਂ ਕੋਈ ਮਿਹਨਤ ਨਹੀਂ ਕਰ ਰਹੀ ਕੋਈ ਸੋਚਿਆ ਨਹੀਂ ਕੋਈ ਸਮਝਿਆ ਮੈਂ ਬੜੇ ਸਤਸੰਗ ਅਟੈਂਡ ਕੀਤੇ ਭਜਨ ਗੁਰਦੁਆਰਾ ਮੰਦਰ ਪਹਿਲੇ ਦਿਨ ਹੀ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਅੱਛਾ ਆਂਖੇ ਬਿਲਕੁਲ ਪਹਿਲਾ ਦਿਨ ਹੀ ਸੀ ਆਂਖੇ ਖੋਲਦੀਆਂ ਤਾਂ ਉਹ ਲਾਈਟ ਨਜ਼ਰ ਆਉਂਦੀ ਹੈ ਬੰਦ ਕੀਤੀ ਤਾਂ ਮੈਨੂੰ ਜੈਸੇ ਚੰਦਰਮਾ ਦੀ ਰੋਸ਼ਨੀ मेरे अराउंड ही बड़ी ठंडी कूल एनी ठंडी शीतलता जैसे चंद्रमा दी जैसे खेल हो गया आंखें बंद करना आंखें बंद खोलना फिर मैं सोचा अच्छा ये बोल की रहे कोई भाई क्या सत्संग कर रहे हैं कोई कथा कोई भजन कीर्तन तो नहीं हो रहा है पर कुछ सुना रहे हैं कुछ और कुछ समझ नहीं आया सिर्फ एक शब्द लाइट ही समझ आया मैं हैरान हो गई ये महात्मा जी इन्हां दा जिस्म भी लाइट दा हैगा ਇਹ ਬੋਲਦੇ ਵੀ ਲਾਈਟ ਹੈਗੇ ਨੇ ਇਹ ਜੰਮੇ ਵੀ ਲਾਈਟ ਸੀ ਖਾਂਦੇ ਵੀ ਲਾਈਟ ਸੀ ਤਾਂ ਮੇਰਾ ਮਨ ਜਿਸ ਤਰ੍ਹਾਂ ਪਤਾ ਨਹੀਂ ਕੋਈ ਅਨੇਕ ਤਰ੍ਹਾਂ ਦੇ ਵਿਚਾਰ ਚਲਾਉਣ ਲੱਗਾ ਜੀ ਖੈਰ ਅੱਛਾ ਸਤਸੰਗ ਪੂਰਾ ਹੋਇਆ ਅਸੀਂ ਘਰ ਗਏ ਮੇਰੀ ਮਾਤਾ ਜੀ ਵੀ ਸਾਥ ਸੀ ਤਾਂ ਮੈਂ ਉਹਨਾਂ ਨੂੰ ਦੱਸਿਆ ਆਪਣਾ ਅਨੁਭਵ ਮੈਂ ਕਿਹਾ ਪਤਾ ਨਹੀਂ ਕਿ ਕਿਹੜੀ ਕਥਾ ਕੀਤੀ ਹੈ ਮੈਨੂੰ ਤਾਂ ਕੁਝ ਸਮਝ ਨਹੀਂ ਆਇਆ ਤੇ ਆਪਣਾ ਅਨੁਭਵ ਸੁਣਾਇਆ उन्होंने कहा इन्होंने तो सच्चा ऐसा ज्ञान दिता है मेरी रूह ਨੂੰ तो राहत मिल गई और सच्ची राह मिल गई मैं गीता पढ़दी सी पर मैनू गीता समझ नहीं आंदी सी आज मैनू थोड़े वक्त सुनन नाल अंदर दा जैसे कोई चानन हो जाता है ना लाइट खुल जाती है मैनू बाहर दी लाइट तो कुछ नहीं नजर आई परंतु मैंने ये समझ में आया कि अंदर दी लाइट जे जगांदे ने जी ते उन्होंने कहा पर मैं बाहर दी लाइट तो कोई नहीं देखी जिस तरह तू देखी है तो उन्होंने ज्ञान समझ विच आया मैनू ज्ञान कुछ नहीं समझ आया अच्छा पर वो लाइट समझ आई फिर मैं पूछया जिस फ्रेंड ने मैनू अटेंड बुलाया सी तो उन्होंने दस्या कि एक कोई ऑर्डिनरी कथा सत्संग नहीं हैगी ये परमात्मा दी लाइट ओदा नूर जो हैगा ना वो नूर ब्रह्मा जी द्वारा बोल रहा सी और तुसी शायद सेंसिटिव हो गए वाइब्रेशंस करके तो तुहानू वो लाइट नजर आ रही सी तो मेरी क्यूरियोसिटी ना मेरी जैसे नहीं कोई इंटरेस्ट बढ़ जाता है तो मेरा इंटरेस्ट फिर बढ़ गया कि वो लाइट कित्थों आ रही सी वो लाइट औरत क्यों नहीं पड़ रही सी क्या होर मेरी माँ ने मदर ने नहीं देख अनुभव किया मैं अनुभव किया तो क्या मतलब फर्क की होया कि मतलब पूरे सत्संग विच लाइट सिर्फ ਤੁਹਾਨੂੰ ਨਜ਼ਰ ਆਈ ਹੋਰ ਕਿਸੇ ਨੂੰ नहीं मैं होर किसी को तो नहीं पूछया अच्छा मैं तो सिर्फ अपनी लौकिक मदर ਤੋਂ ਹੀ ਪੁੱਛਿਆ ਜੀ ਮਤਲਬ ਉਹਨਾਂ ਨੂੰ ਨਜ਼ਰ ਨਹੀਂ ਆਈ ਤੁਹਾਨੂੰ ਨਜ਼ਰ ਨਹੀਂ ਆਈ ਜੀ ਉਹਨਾਂ ਨੂੰ ਬਾਕੀ ਗਿਆਨ ਸਮਝ ਜਾਇਆ ਮੈਨੂੰ ਗਿਆਨ समझ में नहीं आया पर लाइट नजर आई मेरी फिर इंटरेस्ट बढ़िया जी तो फिर मैंने अच्छा की लग्या वो तो चले गए सी ब्रह्मा बाबा तो दूसरे दिन चले गए मिले नहीं मैनू परंतु मेरा इंटरेस्ट सी कि मैं कुछ पूछा वैसे मैं सत्संग शुरू तो कर दी सी बचपन तो ही पर जद भी किसी मंदिर गुरुद्वारे गए गुरुद्वारे मंदिर कथा सुन के आ गए जन्म साखी सुन के आ गए पढ़ के आ गए कुछ चलो अच्छा अद कदी कुछ पूछया ना पंडित जी तू तो पंडित जी कहंदे सी इन्हां गल्लां तू तेरा पुछण दी जरूरत नहीं होंदी
तू अजे बहुत छोटी हैगी है। ਜੀ एक बारी मैं पूछया कि पंडित जी, मैं 7 साल दी सी उस वक्त, ਹੂੰ मैं गई कथा सुनन, ਹੂੰ तो मैंने पंडित जी को पूछया कि पंडित जी ये गणेश जी की कथा कर रहे सी, ਜੀ ये गणेश जी हाथी ਹੂੰ चूहे ते किस तरह सवारी होएगी, ਹੂੰ वो चूहा बेचारा तो फिस जाएगा। पंडित जी खुश ही नहीं से, कहते छोटी सी लड़की है तो सत्संग च एक क्वेश्चन करने वास्ते आनी है, ਹੂੰ सवाल जवाब नहीं करने होंगे। ਹੂੰ तो मेरी दादी ने क्या इज्जत रखनी होंगी है, क्वेश्चन नहीं पूछने होंगे। तो हिम्मत मतलब जड़ी इंदर का जो उत्साह सी ਹੂੰ वो था, मैं जानकारी होनी चाहिए ਹੂੰ परंतु कभी उत्तर नहीं मिलता सी। ਜੀ ब्रह्मा कुमारी सत्संग चाण से ये मैंने फायदा होया कि मैं एनकरेजमेंट मिली ਹੂੰ कि तुसी पूछो, ਹੂੰ पूछोगे तो ਤੁਹਾਡੇ मन की जो गुथली है ना खुल जाएगी। ਹੂੰ तुसी पूछो जरूर, क्योंकि ये स्कूल है, ब्रह्मा कुमारी ईश्वरीय विश्वविद्यालय है। ਜੀ विद्यालय का मतलब है जिथे इंसान पढ़ता है ਜੀ तो क्वेश्चन तो जरूर पूछेगा ना। ਹੂੰ इतने कोई अंधश्रद्धा की गल नहीं हैगी, कोई सतवचन महाराज ऐसे ने उन्हें नहीं कही जाना। ਜੀ सत्य नू समझना है, ਹੂੰ उस वचन विच सत्यता की हैगी, उसने पूछना चाहिए। जी। तुसी बेशक पूछो। ਜੀ ते इस करके मेरा इंटरस्ट होया, फिर मैं आना शुरू कर दिता। ये 57 दी गल, मैं Wonderful. इत्थे आई 57 ब्रह्मा कुमारी ਹੂੰ नाल जुड़िया 57 टू अब तक चल रही है। ਤੁਸੀਂ ਬਹੁਤ ਵਧੀਆ ਦੱਸ ਰਹੇ ਹੈਗੇ ਹੋ। ਅਸੀਂ ਜਿਹੜੀ ਤੁਹਾਡੀ ਗਿਆਨ ਸ਼੍ਰृंखला ਹੈ ਅਗਲੀ ਕੜੀ ਦੇ ਵਿੱਚ ਜਾਰੀ ਰੱਖਾਂਗੇ ਤੇ ਮੈਂ ਇਸ ਕੜੀ ਦੇ ਵਿੱਚ ਤੁਹਾਡਾ ਸ਼ੁਕਰੀਆ ਆਖਦਾ ਹਾਂ। ਓਮ ਸ਼ਾਂਤੀ। ओम शांति। ਦਰਸ਼ਕੋ, ਇਹ ਸਨ ਸਾਡੇ ਨਾਲ ਬ੍ਰਹਮਾ ਕੁਮਾਰੀ ਸੁਦੇਸ਼ ਭੈਣ ਜੀ। ਤੁਸੀਂ ਦੇਖਿਆ ਹੋਣਾ ਹੈ ਕਿ ਇਹਨਾਂ ਦੇ ਚਿਹਰੇ ਤੇ ਕਿੰਨਾ ਤੇਜ ਹੈ ਤੇ ਇਹਨਾਂ ਦੀ ਬਾਣੀ ਦੇ ਵਿੱਚ ਕਿੰਨੀ ਸ਼ਕਤੀ ਹੈ, ਜਿਸ ਤਰ੍ਹਾਂ ਸਾਕਸ਼ਾਤ ਸਰਸਵਤੀ ਦਾ ਇਹਨਾਂ ਦੀ ਜ਼ੁਬਾਨ ਤੇ ਆ ਗਈ ਹੈ। ਅਤੇ ਅਸੀਂ ਇਹਨਾਂ ਨਾਲ ਅਗਲੇ ਐਪੀਸੋਡਾਂ ਦੇ ਵਿੱਚ ਅਧਿਆਤਮਿਕਤਾ ਦੇ ਜਿਹੜੇ ਗੂੜੇ ਰਾਜ ਹਨ ਉਹ ਆਪ ਜੀ ਨਾਲ ਸਾਂਝੇ ਕਰਾਂਗੇ। ਉਦੋਂ ਤੱਕ ਲਈ ਸਤਿ ਸ੍ਰੀ ਅਕਾਲ। ਓਮ ਸ਼ਾਂਤੀ।